ਪੱਕਦੀਆਂ ਖਬਰਾਂ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਾਡੇ ਅੱਜ ਦੇ ਸ਼ੋਅ ਵਿੱਚ ਬਹੁਤ-ਬਹੁਤ ਸਵਾਗਤ ਆ। ਮੈਂ ਹਰਪ੍ਰੀਤ ਤੇ ਮੇਰੇ ਨਾਲ ਅੱਜ ਮੇਰਾ ਸਾਥ ਦੇਣਗੇ ਨੇਹਾ ਗੁਲਾਟੀ ਜੀ ਤੇ ਰਣਜੀਤ ਝੂਠੀ ਜੀ। ਰਣਜੀਤ ਜੀ, ਸਭ ਤੋਂ ਪਹਿਲਾਂ ਅੱਜ ਆਪਾਂ ਕਿਹੜਾ ਟੌਪਿਕ ਦਰਸ਼ਕਾਂ ਨਾਲ ਸਾਂਝਾ ਕਰਾਂਗੇ? ਡੈਫੀਨਿਟਲੀ ਹਰਪ੍ਰੀਤ ਜੀ, ਅੱਜ ਅਸੀਂ ਉਹ ਟੌਪਿਕ ਟੱਚ ਕਰਨ ਜਾ ਰਹੇ ਹਾਂ ਜਿਹੜਾ ਕਾਫੀ ਦਿਨਾਂ ਤੋਂ ਇੰਡੀਆ ਦੇ ਵਿੱਚ ਬਵਾਲ ਬਣਿਆ ਹੋਇਆ ਸੀ ਜੀ, ਔਰ ਉਸ ਦੇ ਨਾਲ ਹੁਣ ਕੈਨੇਡਾ US ਦੇ ਵਿੱਚ ਵੀ ਇਸ ਚੀਜ਼ ਦਾ ਜਿਹੜਾ ਮਸਲਾ ਉੱਠ ਖੜਾ ਹੋਇਆ ਉਹ ਹੈ ਜੀ ਮੈਗੀ, ਜਿਹੜੀ ਕਿ ਨੈਸ਼ਨਲ ਕੰਪਨੀ ਬਣਾਉਂਦੀ ਹੈ ਉਸ ਦੇ ਪ੍ਰੋਡਕਟ ਬਾਰੇ। ਇੰਡੀਆ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਮੈਗੀ ਉੱਤੇ ਬੈਨ ਲਾ ਦਿੱਤੇ ਗਏ ਨੇ, ਪਰ ਜਦੋਂ ਉਸੇ ਚੀਜ਼ ਜਿਹੜੀ ਦੁਆਰਾ ਕੈਨੇਡੀਅਨ ਫੂਡ ਏਜੰਸੀ ਜਾਂ ਫਿਰ ਅਮਰੀਕਾ ਵਾਲਿਆਂ ਨੇ ਜਾਂਚ ਕੀਤੀ ਤੇ ਉਹਨਾਂ ਦੇ ਜਿਹੜੇ ਸੈਂਪਲ ਲੈ ਗਏ ਉਹਦੇ ਵਿੱਚ ਜਿਹੜੇ ਇੰਡੀਅਨ ਫੂਡ ਹੈਗੇ, ਜਿਹੜਾ ਹਲਦੀਰਾਮ ਦੇ ਸਨੈਕਸ ਹੈਗੇ ਉਹ ਜਿਹੜੇ ਕਾਫੀ ਗਲਤ ਪਾਏ ਗਏ ਔਰ ਕਾਫੀ ਸਾਰੇ ਜਿਹੜੇ ਫੂਡ ਆ ਉਹ ਰਿਜੈਕਟ ਕੀਤੇ ਗਏ, ਪਰ ਮੈਗੀ ਨੂੰ ਉਹਨਾਂ ਨੇ ਬੈਨ ਨਹੀਂ ਕੀਤਾ। ਸੋ ਅੱਜ ਆਪਾਂ ਜਿਹੜੀ ਗੱਲਬਾਤ ਕਰਾਂਗੇ ਕਿ ਕੀ ਕਾਰਨ ਹੈ ਕਿ ਸਿਰਫ ਭਾਰਤ ਵਿੱਚ ਹੀ ਜਿਹੜੀ ਮੈਗੀ ਆ ਜਾਂ ਭਾਰਤ ਦੀਆਂ ਜਿਹੜੀਆਂ ਏਜੰਸੀਆਂ ਨੇ ਉਹੀ ਮੈਗੀ ਨੂੰ ਬੈਨ ਕਿਉਂ ਕਰ ਰਹੀਆਂ ਨੇ, ਬਾਹਰਲੇ ਮੁਲਕਾਂ ਦੀਆਂ ਜਿਹੜੀਆਂ ਏਜੰਸੀਆਂ ਉਹ ਬੈਨ ਕਿਉਂ ਨਹੀਂ ਕਰ ਰਹੀਆਂ। ਰਣਜੀਤ ਜੀ, ਇਹ ਤੋਂ ਪਹਿਲਾਂ ਆਪਾਂ ਗੱਲ ਅੱਗੇ ਲੈ ਕੇ ਜਾਈਏ, ਸਭ ਤੋਂ ਪਹਿਲਾਂ ਆਪਾਂ ਆਪਣੇ ਦਰਸ਼ਕਾਂ ਨਾਲ ਇਹ ਗੱਲ ਸਾਂਝੀ ਕਰ ਦਈਏ ਕਿ ਚੱਕਦੇ TV ਦੀ ਟੀਮ ਨੇ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨਾਲ ਲਗਭਗ ਪਿਛਲੇ 15 ਦਿਨ ਤੋਂ ਕੰਮ ਕਰ ਰਹੀ ਸੀ ਤੇ ਅੱਜ ਸਾਨੂੰ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਦੀ ਫਾਈਨਲ ਰਿਪੋਰਟ ਆਈ ਹੈ ਮੈਗੀ ਬਾਰੇ। ਤੇ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ ਮੈਗੀ ਨੂੰ ਕੈਨੇਡਾ ਵਿੱਚ ਕਲੀਨ ਚਿੱਟ ਦੇ ਦਿੱਤੀ ਆ। ਨੇਹਾ ਜੀ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? जी हरप्रीत जी, मैं दसना चाहवागी सारे दर्शकों को, बिल्कुल सही गल है कि चकदे TV पिछले 15 दिनों तो लगातार कैनेडियन फूड इंस्पैक्शन एजेंसी नाल गलबात कर रहे सन कि मैगी का जो प्रोडक्ट है, नेस्ले का जो प्रोडक्ट है मैगी, उसको इंडिया जिथे बैन किया जा रहा है वड्डे पैमाने पर, कैनेडा उत्ते कोई रिस्ट्रिक्शन क्यों नहीं लगाई गई। उन्होंने अनुसार मैगी जो है वो बिल्कुल ठीक है, उन्होंने कोई अजिहे तत्त नहीं पाए गए जिस जो लोगों को कोई नुकसान हो सकता है, कोई जिवें पेस्टिसाइड्स जिवें कि रंजीत जी दस रहे सन कि कुछ प्रोडक्ट्स विच कुछ कमियां पाई गई ने जिस कारण उन्होंने बैन किया जा रहा है। जिवें मैं दसना चाहूँगी कि हल्दीराम के जोड़े प्रोडक्ट्स US वालियां ने डिस्कवर किए हैं उन्होंने कुछ पेस्टिसाइड्स के कुछ एलीमेंट्स नज़र आए हैं जिस कारण उन्होंने लगता है कि ये लोगों लिए सेफ नहीं है। सब तो पहली गल तो है कि लोग सिर्फ भारत में ही नहीं दुनिया भर में मैगी काफ़ी वड्डे पैमाने पर यूज़ करते आ रहे हैं, खास तौर पर बैचलर्स सिंगल्स ते स्टूडेंट्स इसनूं काफ़ी हद तक खाते आ रहे सन। मैनूं लगता है कि कैनेडा फूड एजेंसी नूं भी इस तो पहला ही रिएक्ट करना चाहिए सी। ये तो सिर्फ साडी पर्सनल इंक्वायरी सी जिदा उन्होंने जवाब दिता, पर मीडिया नाल कोई गलबात नहीं हुई। ਜਿਹੜਾ ਆਪਾਂ ਨੂੰ ਜਵਾਬ ਮਿਲਿਆ ਨੇ ਜੀ ਕਾਫੀ ਮਤਲਬ ਕਿ 10 ਦਿਨਾਂ ਦੀ ਲਗਾਤਾਰ ਦਿਨ ਤੇ ਕੀ ਕਹਿੰਦੇ 2-3 ਈਮੇਲਸ ਐਂਡ ਫੋਨ ਕਾਲਸ, ਉਸ ਤੋਂ ਬਾਅਦ ਹੁਣ ਜਵਾਬ ਆਇਆ ਵਾ, ਟੈਸਟ ਰਿਪੋਰਟਸ ਆਈ ਆ ਤੇ ਇਹ 'ਚ ਵੀ ਉਹਨਾਂ ਨੇ ਜੇ ਆਪਾਂ ਵੇਖੀਏ ਤੇ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ ਆਖਿਆ ਕਿ ਰਾਈਟ ਨਾ ਉਹਨਾਂ ਨੇ ਐਟ ਦਾ ਮੋਮੈਂਟ ਉਹਨਾਂ ਕਲੀਨ ਚਿੱਟ ਦਿੱਤੀ ਆ, ਪਰ ਅੱਗੇ ਫਿਊਚਰ 'ਚ ਉਹ ਮੋਨੀਟਰ ਕਰਨਗੇ ਇਸ ਚੀਜ਼ ਨੂੰ। ਹਰਪ੍ਰੀਤ, ਜਿੱਥੇ ਗੱਲ ਉਹਨਾਂ ਨੇ ਕੀਤੀ ਹੈ ਕਿ ਮੋਨੀਟਰ ਕਰਾਂਗੇ, ਉੱਥੇ ਮੈਂ ਨਾਲ ਦੀ ਨਾਲ ਗੱਲ ਲੈ ਕੇ ਆਉਣਾ US ਵੱਲ ਜੀ, ਕਿਉਂਕਿ US ਦੇ ਵਿੱਚ ਵੀ ਮੈਗੀ ਦੇ ਉੱਪਰ ਹਲੇ ਤੱਕ ਕੋਈ ਜਿਹੜਾ ਬੈਨ ਆ ਉਹ ਨਹੀਂ ਕੀਤਾ ਗਿਆ। ਜਿਹੜੇ ਬੈਨ ਕੀਤੇ ਗਏ ਆ ਉਹ ਹਲਦੀਰਾਮ ਦੇ ਪ੍ਰੋਡਕਟ ਆ, ਨਾਲ ਦੀ ਨਾਲ ਬਰਟਾਨੀਆ ਦੇ ਕੁਝ ਕੁ ਪ੍ਰੋਡਕਟ ਜਿਹੜੇ ਆ ਉਹ ਰਿਜੈਕਟ ਕੀਤੇ ਗਏ ਆ ਇਹਨਾਂ ਵੱਲੋਂ। ਕਿਤੇ ਇਹ ਤਾਂ ਨਹੀਂ ਹੋ ਰਿਹਾ ਅੱਜ ਇਹਨਾਂ ਸਾਰੀ ਚੀਜ਼ਾਂ ਵਿੱਚ ਕਿ ਕੋਈ ਪੋਲੀਟੀਕਲ ਗੇਮ ਜਿਹੜੀ ਆ ਉਹ ਚੱਲ ਰਹੀ ਆ ਕਿ ਇੰਡੀਆ ਦੇ ਵਿੱਚ ਨਾਰਥ ਅਮਰੀਕਨ ਜਿਹੜੇ ਪ੍ਰੋਡਕਟ ਆ ਜਾਂ ਕੰਪਨੀਆਂ ਵੇਚ ਰਹੀਆਂ ਉਹਨਾਂ ਨੂੰ ਬੈਨ ਕੀਤਾ ਜਾਵੇ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੋਣਾ ਕਿ ਜਦੋਂ ਪਿਛਲੀ ਵਾਰੀ ਮੈਗੀ ਜਿੱਦਣ ਬੈਨ ਹੋਈ ਆ ਥੋੜ੍ਹੇ ਦਿਨ ਬਾਅਦ ਹੀ ਐਕਚੁਅਲੀ ਜਿਹੜੇ ਬਿਜ਼ਨਸਮੈਨ ਨੇ, ਰਾਮਦੇਵ ਬਾਬਾ ਤੇ ਉਹਨੂੰ ਕਹਿਣਾ ਨਹੀਂ ਬਣਦਾ, ਜਿਹੜੇ ਬਿਜ਼ਨਸਮੈਨ ਨੇ ਉਹਨਾਂ ਨੇ ਕਹਿਤਾ ਸੀ ਕਿ ਹੁਣ ਤੁਹਾਨੂੰ ਮੈਗੀ ਖਾਣ ਦੀ ਕੋਈ ਲੋੜ ਨਹੀਂ, ਮੇਰੇ ਵੱਲੋਂ ਜਿਹੜੀ ਮੈਗੀ ਹੈ ਜੀ ਇਹ ਲਾਂਚ ਕਰ ਦਿੱਤੀ ਗਈ ਆ। ਰਾਮਦੇਵ ਜੀ ਨੇ ਇੱਕ ਆਪਣਾ ਰਾਮਦੇਵ ਬ੍ਰਾਂਡ ਦਾ ਨਿਊਡਲਸ ਲਾਂਚ ਕੀਤੇ ਸੀ। ਪਰ ਨੇਹਾ ਜੀ, ਜਿਹੜੀ ਰਣਜੀਤ ਜੀ ਨੇ ਹੁਣ ਗੱਲ ਚੁੱਕੀ, ਕਾਫੀ ਇੰਟਰਸਟਿੰਗ ਗੱਲ ਆ ਕਿ USA ਨੇ ਮੈਗੀ ਨੂੰ ਜਿਹੜੀ ਇੰਡੀਆ 'ਚ ਬੈਨ ਆ, ਨੈਸਲੇ ਕੰਪਨੀ ਜੋ ਕਿ US ਦੀ ਕੰਪਨੀ ਆ, ਮੈਗੀ ਨੂੰ ਬੈਨ ਨਹੀਂ ਕੀਤਾ, ਪਰ ਦੋ ਦੂਜੀਆਂ ਕੰਪਨੀਆਂ, ਇੱਕ ਹਲਦੀਰਾਮ ਦੇ ਲਗਭਗ 90% ਸਨੈਕਸ ਨੂੰ ਕੀ ਕਹਿੰਦੇ USA ਵੇਚਣ 'ਚ ਬੈਨ ਕਰਤਾ ਤੇ ਅੱਜ ਜਿਹੜੀ ਆ ਰਹੀ ਤਾਜ਼ਾ ਖਬਰ ਬ੍ਰਿਟਾਨੀਆ ਦੇ ਬਿਸਕਿਟਸ ਨੂੰ ਬੈਨ ਕਰਤਾ ਵਾ। ਨੇਹਾ ਜੀ, ਤੁਸੀਂ ਇਹਨੂੰ ਕਿਸ ਤਰੀਕੇ ਨਾਲ ਵੇਖ ਰਹੇ ਹੋ? ਕੀ ਤੁਹਾਨੂੰ ਲੱਗਦਾ ਹੈ ਕਿ ਇਹ ਕੋਈ ਪੋਲੀਟੀਕਲ ਗੇਮ ਚੱਲ ਰਹੀ ਹੈ ਜਾਂ ਫਿਰ ਇਹ ਸਿਰਫ USA ਫੂਡ ਏਜੰਸੀ, ਜਿਹਨੂੰ ਕਿ ਦੁਨੀਆ ਭਰ ਦੀ ਸਭ ਤੋਂ ਸਟ੍ਰਿਕਟ ਫੂਡ ਏਜੰਸੀ ਮੰਨਿਆ ਜਾਂਦਾ ਹੈ, ਉਹ ਸਿਰਫ ਆਪਣਾ ਕੰਮ ਕਰ ਰਹੀ ਆ? मैं माफ़ करना, मैं रणजीत सिंह जी की गल तो बिल्कुल सहमत नहीं हाँ कि ये पिछे कोई पोलीटिकल मोटिव हो सकता है, क्योंकि सिंपल जी गल है, एक खाण पीण की गल है। मैगी एक सिंपल जिहा प्रोडक्ट सी जिसनूं सारे यूज़ करते सन, कोई लेड का कोई तत्त उन्होंने नज़र आया तो उन्होंने सारे ने चक के बैन करता। हालांकि मैनूं ये जरूर लगता है कि बैन बहुत जल्दी किया, पूरी इन्वेस्टिगेशन करनी चाहिए सी, जाँच पड़ताल करनी चाहिए सी। सिर्फ इंडिया की ही फूड एजेंसी नहीं, बाकी फूड एजेंसीज़ नूं भी इनवाइट करना चाहिए सी कि वो इसनूं अच्छी तरह वेखण।
ਹੁਣ ਕੈਨੇਡਾ ਦੀ ਜਿਹੜੀ ਫੂਡ ਏਜੰਸੀ ਹੈ, ਇੰਸਪੈਕਸ਼ਨ ਏਜੰਸੀ ਹੈ, ਉਹਨਾਂ ਨੇ ਸਾਨੂੰ ਇਹ ਈਮੇਲ ਰਿਸਪੌਂਸ ਕੀਤਾ ਹੈ ਕਿ ਹਾਂ ਜੀ ਬਿਲਕੁਲ ਠੀਕ ਹੈ। US ਵਾਲਿਆਂ ਨੇ ਇਸ ਨੂੰ ਬੈਨ ਨਹੀਂ ਕੀਤਾ ਹੈ। ਓਬਵੀਅਸਲੀ ਉਹਨਾਂ ਨੇ ਮੈਗੀ ਤੇ ਵੀ ਟੈਸਟਿੰਗ ਕੀਤੀ ਹੋਣੀ ਕਿਉਂਕਿ ਇੰਨੀ ਖਬਰਾਂ ਆ ਰਹੀਆਂ ਹਨ, ਪਰ ਉਹਨਾਂ ਨੇ ਹਲਦੀਰਾਮ ਅਤੇ ਬ੍ਰਿਟਾਨੀਆ ਨੂੰ ਬੈਨ ਕੀਤਾ ਹੈ। ਇਹਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਉਹਦਾ ਵਿੱਚ ਕੁਝ ਕਮੀਆਂ ਮਹਿਸੂਸ ਹੋਈਆਂ ਹਨ। ਨੇਹਾ ਜੀ, ਮੈਨੂੰ ਨਹੀਂ ਲੱਗਦਾ ਕਿ ਤੇ ਇਹਦੇ 'ਚ ਕੋਈ ਪੋਲੀਟੀਕਲ ਮੋਟਿਵ ਹੈ। ਨੇਹਾ ਜੀ, ਹਲਦੀਰਾਮ ਤੇ ਬ੍ਰਿਟਾਨੀਆ ਤੇ ਉਸ ਇਨਕੁਆਇਰੀ ਦਾ ਹਿੱਸਾ ਹੀ ਨਹੀਂ ਸੀ ਜਿਹਨੂੰ US ਦੀ ਫੂਡ ਏਜੰਸੀ ਨੇ ਬੈਨ ਕੀਤਾ। ਮੈਂ ਐਗਰੀ ਕਰਦੀ ਹਾਂ। ਇੱਕ ਖਬਰ ਇੱਕ ਹੋਰ ਕੁਐਸਚਨ ਹੈ ਜੀ, ਪਹਿਲਾਂ ਤੁਸੀਂ ਇਹਦਾ ਆਨਸਰ ਸ਼ੁਰੂ ਕਰੋ। US ਫੂਡ ਏਜੰਸੀ ਨੇ ਹੁਣੇ ਕਿਉਂ ਬੈਨ ਲਾਇਆ? ਜੇ ਹਲਦੀਰਾਮ ਜਾਂ ਬ੍ਰਿਟਾਨੀਆ ਦੇ ਕੁਝ ਪ੍ਰੋਡਕਟ ਵਿੱਚ ਪ੍ਰੋਬਲਮ ਸੀ, ਅੱਜ ਤੋਂ 6 ਮਹੀਨੇ ਜਾਂ ਸਾਲ ਪਹਿਲਾਂ ਕਿਉਂ ਨਹੀਂ ਲਾਇਆ ਸੀ? ਹਰਪ੍ਰੀਤ ਜੀ, ਮੈਂ ਇੱਕ ਚੀਜ਼ ਐਡ ਕਰਨੀ ਚਾਹੁੰਦਾ। ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਹੋਣਾ ਕਿ ਆਪਾਂ ਜਦੋਂ ਮੈਗੀ ਬੈਨ ਹੋਈ ਇੰਡੀਆ ਦੇ ਵਿੱਚ, ਹਲੇ ਬੈਨ ਹੋਈ ਨੂੰ ਕਿੰਨੇ ਦਿਨ ਹੋਏ ਸੀ? 1 ਜਾਂ 2 ਦਿਨ। ਤੇ ਝੱਟ ਤਾਂ ਨਹੀਂ ਬਾਬਾ ਰਾਮਦੇਵ ਆਪਣੀ ਮੈਗੀ ਲੈ ਕੇ ਆ ਗਿਆ ਜੀ, ਆਹ ਮੈਂ ਪ੍ਰੋਡਕਟ ਲੈ ਕੇ ਆਇਆ ਵਧੀਆ। ਕੀ ਤੁਹਾਨੂੰ ਨਹੀਂ ਲੱਗਦਾ ਕਿ ਸਾਰਾ ਕੁਝ ਉੱਥੇ ਜਿਹੜਾ ਸੀਗਾ ਪਹਿਲਾਂ ਹੀ ਸੈਟਲਮੈਂਟ ਸੀਗੀ ਕਿ ਹਾਂ ਇਹ ਚੀਜ਼ ਨੂੰ ਬੈਨ ਕਰੋ ਤੇ ਇਦਾਂ? ਕਿਉਂਕਿ ਜਿਸ ਤਰ੍ਹਾਂ ਆਪਾਂ ਨੂੰ ਵੀ ਪਤਾ ਕਿ ਇਲੈਕਸ਼ਨ ਵੇਲੇ ਰਾਮਦੇਵ ਨੇ ਖੁੱਲ੍ਹ ਕੇ BJP ਦੀ ਮਦਦ ਕੀਤੀ ਆ। ਉਹ ਕਹਿੰਦੇ ਗਿਵ ਐਂਡ ਟੇਕ ਵਾਲੀ ਜਿਹੜੀ ਪਾਲਿਸੀ ਆ ਦੋਨੇ ਪਾਸੇ ਚੱਲ ਰਹੀ ਆ। ਜਾਂ ਸਾਡੇ ਜਿਹੜੇ ਬਿਜ਼ਨਸਮੈਨ ਆ ਉੱਥੇ ਦੇ ਕਰੋੜਾਂਪਤੀ ਅਰਬਾਂਪਤੀ ਆ, ਉਹਨਾਂ ਲਈ ਸਰਕਾਰ ਕੰਮ ਕਰ ਰਹੀ ਹੈ, ਜਾਂ ਰਾਮਦੇਵ ਉਹਨਾਂ ਲਈ। ਤੇ ਜੇ ਮੈਗੀ ਦੀ ਮੈਂ ਗੱਲ ਕਰਾਂ, ਮੈਗੀ ਦੇ ਬੈਨ ਹੋਣ ਤੋਂ ਬਾਅਦ ਯਕਦਮ ਕਿਉਂ ਬਾਬਾ ਰਾਮਦੇਵ ਨਹੀਂ ਲਿਆਂਦੇ? ਕਈ ਗੱਲਾਂ ਜਿਹੜੀਆਂ ਨੇ ਇੱਥੇ ਸ਼ੰਕੇ ਪ੍ਰਗਟ ਕਰਦੀਆਂ ਨੇ ਕਿ ਇਹ ਕਿਤੇ ਦਾਲ 'ਚ ਕੁਝ ਕਾਲਾ ਹੈ। ਨਹੀਂ ਜੀ ਰਣਜੀਤ ਜੀ, ਮੈਂ ਤੁਹਾਡੀ ਗੱਲ ਤੋਂ ਐਗਰੀ ਨਹੀਂ ਕਰਦੀ ਕਿਉਂਕਿ ਦੇਖੋ ਕੋਈ ਵੀ ਪ੍ਰੋਡਕਟ ਜਦ ਮਾਰਕੀਟ 'ਚ ਡਾਊਨ ਜਾਂਦਾ ਹੈ ਉਹਦੇ ਕੰਪੀਟੀਟਰਸ ਤਾਂ ਖੜੇ ਹੋ ਹੀ ਜਾਂਦੇ ਨੇ। ਰਾਈਟ ਵੇ ਜੇ ਮੌਕਾ ਭਖਿਆ ਹੋਇਆ ਹੈ, ਜੇ ਕੋਈ ਮੁੱਦਾ ਗਰਮਾਇਆ ਹੋਇਆ ਹੈ, ਉਹਦਾ ਫਾਇਦਾ ਲੈਣ ਦਾ ਮੌਕਾ ਵੀ ਉਹੀ ਹੈ ਕਿ ਜਦੋਂ ਗਰਮਾਇਆ ਹੋਇਆ ਹੈ। ਮੈਨੂੰ ਲੱਗਦਾ ਹੈ ਕਿ ਜਦ ਮੈਂ ਇਸ 'ਤੇ ਇਹਨਾਂ ਦੀ ਗੱਲ ਹਰਪ੍ਰੀਤ ਜੀ ਦੇ ਸਵਾਲ ਦਾ ਵੀ ਜਵਾਬ ਦੇਣਾ ਚਾਹਾਂਗੀ ਕਿ US ਨੇ ਪਹਿਲਾਂ ਕਿਉਂ ਨਹੀਂ ਮੈਗੀ ਨੂੰ ਬੈਨ ਕੀਤਾ, ਜਾਂ ਪਹਿਲੇ ਹਲਦੀਰਾਮ ਦੇ ਤੇ ਬ੍ਰਿਟਾਨੀਆ ਦੇ ਪ੍ਰੋਡਕਟਸ ਨੂੰ ਕਿਉਂ ਨਹੀਂ ਬੈਨ ਕੀਤਾ? ਦੇਖੋ ਗੱਲ ਮੈਗੀ ਤੋਂ ਸ਼ੁਰੂ ਹੋਈ ਤੇ ਉਸ ਵਿੱਚ ਇੰਡੀਆ ਦੇ ਜਿਹੜੇ ਬਾਕੀ ਪ੍ਰੋਡਕਟਸ ਨੇ ਉਹ ਰਡਾਰ ਵਿੱਚ ਆਏ ਨੇ। ਠੀਕ ਹੈ, ਉਹਨਾਂ ਨੇ ਇਹ ਖਬਰ ਦਿੱਤੀ ਹੈ ਕਿ ਪਿਛਲੇ 5-6 ਮਹੀਨਿਆਂ ਵਿੱਚ ਬਾਕੀ ਪ੍ਰੋਡਕਟਸ ਦੇ ਮੁਕਾਬਲੇ ਭਾਰਤ ਦੇ ਪ੍ਰੋਡਕਟਸ ਜਿਹੜੇ ਨੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਬੈਨ ਕੀਤਾ ਜਾ ਰਿਹਾ ਹੈ। ਓਬਵੀਅਸਲੀ ਜਦ ਇੱਕ ਪ੍ਰੋਡਕਟ ਰਡਾਰ ਵਿੱਚ ਆਇਆ ਤਾਂ ਉਹਨਾਂ ਨੇ ਸਾਰਿਆਂ ਨੇ ਟੈਸਟਿੰਗ ਸ਼ੁਰੂ ਕਰਤੀ ਤੇ ਇੱਕ ਕਰਕੇ ਬੈਨ ਕਰਨਾ ਸ਼ੁਰੂ ਕਰ ਦਿੱਤਾ। ਕੁਝ ਹੱਦ ਤੱਕ ਰਣਜੀਤ ਸਿੰਘ ਜੀ ਇਹ ਵੀ ਗੱਲ ਸੱਚ ਹੋ ਸਕਦੀ ਆ, ਪਰ ਰਣਜੀਤ ਸਿੰਘ ਜੀ ਜਿਹੜੇ ਤੁਸੀਂ ਬਾਬਾ ਰਾਮਦੇਵ ਜੀ ਦਾ ਬਾਰ-ਬਾਰ ਨਾਮ ਲੈ ਰਹੇ ਸੀ, ਕੀ ਤੁਸੀਂ ਬਿਜ਼ਨਸਮੈਨ ਯੋਗਾ ਗੁਰੂ ਰਾਮਦੇਵ ਜੀ ਦੀ ਗੱਲ ਕਰ ਰਹੇ ਜੋ? ਜੀ ਮੈਂ ਉਹਨੂੰ ਯੋਗਾ ਗੁਰੂ ਨਹੀਂ ਮੰਨਦਾ। ਵੈਸੇ ਯੋਗਾ ਤੇ ਬਹੁਤ ਪੁਰਾਣਾ ਆ। ਇੱਕ ਆਦਮੀ ਜਿਹੜਾ ਕਿ ਆਪਣੇ ਪ੍ਰੋਡਕਟ ਚਾਹੇ ਉਹ ਪੰਚਸ਼ੀਲ ਹੋ ਜਾਂ ਕੁਛ ਹੋਵੇ, ਕੋਈ ਗੱਲ ਹੁੰਦੀ ਹੈ ਜੀ, ਉਹ ਕਹਿੰਦਾ ਜਿਹੜੇ ਮੇਰੇ ਪ੍ਰੋਡਕਟ ਆ ਇਹ ਸਭ ਤੋਂ ਵਧੀਆ, ਇਹ ਖਾਓ। ਹੁਣ ਮੈਂ ਇੱਥੇ ਇਹ ਕਹਿ ਰਿਹਾ ਕਿ ਜਿਹੜਾ ਤੁਸੀਂ ਯੋਗਾ ਗੁਰੂ ਕਹਿਤਾ, ਮੈਂ ਵੈਸੇ ਕਹਿੰਦਾ ਜੀ ਬਿਜ਼ਨਸਮੈਨ ਰਾਮਦੇਵ, ਕਿਉਂਕਿ ਉਹ ਅੱਜ ਕਰੋੜਾਂਪਤੀ ਆ ਜੀ। ਉਹ ਬਾਬਾ ਨਹੀਂ ਹੈਗਾ, ਕਿਉਂਕਿ ਬਾਬਾ ਤਾਂ ਹੁੰਦਾ ਜਿਹਨੂੰ ਕਿਸੇ ਚੀਜ਼ ਨਾਲ ਮੂੰਹ ਨਾ ਹੋਵੇ, ਹਰ ਕੰਮ ਲੋਕਾਂ ਦੀ ਭਲਾਈ ਲਈ ਕਰੇ। ਪਰ ਅੱਜ ਉਹ ਇੱਕ ਬਿਜ਼ਨਸਮੈਨ ਦੇ ਤੌਰ ਤੇ ਵਿਚਰਿਆ। ਜੇ ਬਾਬਾ ਹੁੰਦਾ ਤਾਂ ਸ਼ਾਇਦ ਜਦੋਂ ਪਾਣੀ ਦੀਆਂ ਬਾਛੜਾਂ ਪਈਆਂ ਸੀ ਉਹ ਬੀਬੀਆਂ ਤੋਂ ਸਲਵਾਰ ਸੂਟ ਲੈ ਕੇ ਨਾ ਭੱਜਦਾ। ਖੈਰ ਉਹ ਗੱਲ ਮੈਂ ਬਾਅਦ 'ਚ ਦੇਖਾਂਗੇ। ਜਿਹੜੀ ਚੀਜ਼ ਹੈਗੀ ਆ ਰਾਈਟ ਵੇ, ਅਗਰ ਤੁਸੀਂ ਹੁਣ ਦੇਖੋ ਕਿ ਮੈਗੀ ਬੈਨ ਹੋ ਰਹੀ ਆ ਤੇ ਨਾਲ ਦੀ ਨਾਲ ਬਾਬਾ ਰਾਮਦੇਵ ਆਪਣੇ ਪ੍ਰੋਡਕਟ, ਬਾਬਾ ਰਾਮਦੇਵ ਪਹਿਲਾਂ ਕਿੱਥੇ ਸੀ? ਮੈਗੀ ਪਹਿਲਾਂ ਵੀ ਵਿਕਦੀ ਸੀ, ਪਹਿਲਾਂ ਕਿਉਂ ਨਹੀਂ ਆਪਣਾ ਪ੍ਰੋਡਕਟ ਲੈ ਕੇ ਆਇਆ? ਮੈਗੀ ਦਾ ਬੈਨ ਹੋਣਾ, ਬਾਬਾ ਰਾਮਦੇਵ ਦਾ ਪ੍ਰੋਡਕਟ ਲੈ ਕੇ ਆਉਣਾ, ਔਰ ਹੁਣ ਅਮਰੀਕਨ ਏਜੰਸੀ ਵੱਲੋਂ ਖਾਸ ਤੌਰ ਤੇ ਮੈਂ ਕਹਿ ਰਿਹਾ ਜੀ, ਅਮਰੀਕਨ ਏਜੰਸੀ ਵੱਲੋਂ ਹਲਦੀਰਾਮ ਤੇ ਬਟਾਨੀਆ ਦੇ ਜਿਹੜੇ ਪ੍ਰੋਡਕਟ ਆ ਉਹਨਾਂ ਦੇ ਉੱਤੇ ਕੁਝ ਦੇ ਬੈਨ ਆਉਣਾ ਤੇ ਜਾਂ ਹਲਦੀਰਾਮ ਦੇ ਪ੍ਰੋਡਕਟ ਤੇ ਬੈਨ ਲਾਉਣਾ। ਹਰਪ੍ਰੀਤ ਜੀ, ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਸਾਰੀਆਂ ਜੇ ਆਪਾਂ ਕੜੀਆਂ ਜੋੜ ਕੇ ਦੇਖੀਏ ਕਿਤੇ ਨਾ ਕਿਤੇ ਇੱਕ ਦੂਜੇ ਨਾਲ ਮਿਲੀ ਜਾਂਦੀਆਂ? ਦੇਖੋ ਕੜੀਆਂ ਤੇ ਕਾਫੀ ਮਿਲ ਰਹੀਆਂ ਨੇ, ਇਸ ਗੱਲ ਨਾਲ ਮੈਂ ਤੁਹਾਡੇ ਸਹਿਮਤ ਹਾਂ, ਪਰ ਇਹਨਾਂ ਕੜੀਆਂ ਦੇ ਮਿਲਣ ਦੇ ਇੱਕ ਕੋਇਨਸੀਡੈਂਟ ਆ ਜਾਂ ਫਿਰ ਜਿੱਦਾਂ ਨੇਹਾ ਜੀ ਕਹਿ ਰਹੇ ਨੇ ਕਿ ਕੋਈ ਇੱਕ ਪ੍ਰੋਡਕਟ ਗੌਰਮੈਂਟ ਦੇ ਨਿਗਾਹ 'ਚ ਆ ਗਿਆ ਤਾਂ ਗੌਰਮੈਂਟ ਨੇ ਦੂਜੇ ਪ੍ਰੋਡਕਟ ਟੈਸਟ ਕਰ ਲਏ। ਪਰ ਜਿਹੜਾ ਮੈਂ ਤੁਹਾਨੂੰ ਕੁਐਸਚਨ ਕੀਤਾ ਸੀ ਰਣਜੀਤ ਜੀ, ਮੈਂ ਮੇਰੇ ਕੁਐਸਚਨ ਵਿੱਚ ਹੀ ਆਨਸਰ ਸੀ। ਮੈਂ ਕਿਹਾ ਸੀ ਕਿ ਤੁਸੀਂ ਜਿਹਨੂੰ ਬਾਬਾ ਰਾਮਦੇਵ ਜੀ ਕਹਿੰਦੇ ਜੋ, ਮੈਂ ਉਹਨਾਂ ਨੂੰ ਬਿਜ਼ਨਸਮੈਨ ਰਾਮਦੇਵ ਕਹਿਣਾ ਚਾਹੂੰਗਾ, ਕਿਉਂਕਿ ਜਿਹੜਾ ਬਿਜ਼ਨਸਮੈਨ ਹੁੰਦਾ ਮੌਕੇ ਦੀ ਤਾਕਤ ਹੁੰਦਾ ਹੈ ਤੇ ਸ਼ਾਇਦ ਉਹਨਾਂ ਨੂੰ ਮੌਕਾ ਲੱਗਿਆ ਇੱਕ ਨਵਾਂ ਪ੍ਰੋਡਕਟ ਲਾਂਚ ਕਰਨ ਦਾ ਤੇ ਉਹਨਾਂ ਨੇ ਕਰਤਾ। ਕਿਉਂ ਨੇਹਾ ਜੀ, ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਬਿਲਕੁਲ ਇਹ ਗੱਲ ਮੈਂ ਕਹਿ ਰਹੀ ਹਾਂ ਕਿ ਜਦ ਕੋਈ ਪ੍ਰੋਡਕਟ ਮਾਰਕੀਟ 'ਚ ਡਾਊਨ ਜਾਂਦਾ ਹੈ ਤੇ ਉਹਦੇ ਕੰਪੀਟੀਟਰਸ ਉਸ ਦਾ ਫਾਇਦਾ ਜ਼ਰੂਰ ਉਠਾਉਂਦੇ ਹਨ। ਠੀਕ ਹੈ, ਬਾਬਾ ਰਾਮਦੇਵ ਆਪਣੇ ਆਪ ਨੂੰ ਬਾਬਾ ਕਹਿਲਾਉਂਦੇ ਹਨ ਤੇ ਜਿਵੇਂ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਇੱਕ ਬਿਜ਼ਨਸਮੈਨ ਵੀ ਹਨ ਤੇ ਉਹਨਾਂ ਨੇ ਬਿਜ਼ਨਸਮੈਨ ਦੇ ਤੌਰ ਤੇ ਵੀ ਸੋਚਿਆ ਹੈ। ਜ਼ਰੂਰੀ ਨਹੀਂ ਕਿ ਉਹ ਇਕੱਲੇ ਹੀ ਇਸ ਬਿਜ਼ਨਸ ਨੂੰ ਚਲਾ ਰਹੇ ਨੇ, ਉਹਨਾਂ ਨਾਲ ਕਾਫੀ ਲੋਕ ਵੀ ਜੁੜੇ ਹੋਏ ਹਨ, ਕਾਫੀ ਕਾਰਪੋਰੇਸ਼ਨਸ ਅੰਦਰਲੀਆਂ ਜਿਹੜੀਆਂ ਜੁੜੀਆਂ ਹੋਈਆਂ ਹਨ, ਉਹਨਾਂ ਨੇ ਵੀ ਭਗਤਾਤਾ ਹੋਵੇ ਕਿ ਹਾਂਜੀ ਤੁਸੀਂ ਇਸ ਗੱਲ ਨੂੰ ਚੱਕੋ। ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਇੰਨੇ ਸਾਲਾਂ ਤੋਂ ਜਿਹੜੇ ਲੋਕੀ ਮੈਗੀ ਖਾਂਦੇ ਆ ਰਹੇ ਹਨ, ਕਿੰਨਾ ਕੁ ਉਹਨਾਂ ਨੂੰ ਨੁਕਸਾਨ ਹੋਇਆ ਹੈ? ਕੀ ਹੋ ਗਿਆ ਕਿ ਇੱਕ ਜਿਹੜੀ ਗੱਲ ਮੈਗੀ ਦੀ ਖੜੀ ਹੋਈ, ਜੇ ਉਸ ਦੇ ਵਿੱਚ ਇੰਨਾ ਜ਼ਿਆਦਾ ਉਹਨਾਂ ਨੇ ਮੈਗੀਜ਼ ਡਿਸਟਰੋਏ ਕਰਨੀਆਂ ਸ਼ੁਰੂ ਕਰ ਦਿੱਤੀਆਂ, ਨੈਸ਼ਨਲ ਲੈਵਲ ਤੇ ਡਿਸਟਰੋਏ ਕਰਨੀਆਂ ਸ਼ੁਰੂ ਕਰ ਦਿੱਤੀਆਂ। ਹਾਲਾਂਕਿ ਸੋਸ਼ਲ ਮੀਡੀਆ ਤੇ ਵੀ ਲੋਕੀ ਇਸ ਗੱਲ ਨੂੰ ਐਡਮਿਟ ਕਰ ਰਹੇ ਹਨ ਕਿ 10 ਰੁਪਏ ਦਾ ਪੈਕੇਟ ਉਹ 100 ਰੁਪਏ ਦੇ ਵਿੱਚ ਖਰੀਦ ਕੇ ਵੀ ਖਾ ਰਹੇ ਹਨ, ਕਿਉਂਕਿ ਉਹਨਾਂ ਦੇ ਪਰਦਾਦਾ ਦਾਦਾ ਸਾਰੇ ਖਾਂਦੇ ਸੀ, ਉਹਨਾਂ ਨੂੰ ਤਾਂ ਕੁਝ ਨਹੀਂ ਹੋਇਆ, ਉਹਨਾਂ ਨੂੰ ਕੀ ਹੋਣ ਵਾਲਾ? ਪਰ ਨੇਹਾ ਜੀ, ਜੇ ਆਪਾਂ ਇਹ ਗੱਲ ਕਰੀਏ ਕਿ 10 ਰੁਪਏ ਦਾ ਪੈਕੇਟ ਨੂੰ 100 ਰੁਪਏ ਦਾ ਵੇਚ ਕੇ ਖਾ ਰਹੇ ਸੀ, ਮੈਗੀ ਨਿਊਡਲਸ ਕੋਈ ਇੱਦਾਂ ਦੀ ਪੌਸ਼ਟਿਕ ਚੀਜ਼ ਤੇ ਹੈ ਨਹੀਂ ਕਿ ਤੁਸੀਂ ਉਹਦੇ ਬਾਰੇ ਮਤਲਬ ਕਿ ਉਹਦੇ ਵਾਸਤੇ ਕ੍ਰੇਜ਼ੀ ਹੋ ਜਾਓ। ਰਣਜੀਤ ਸਿੰਘ ਜੀ, ਤੁਸੀਂ ਕੀ ਸੋਚਦੇ ਜੋ ਕਿ ਮੈਗੀ ਨਿਊਡਲਸ ਇੱਦਾਂ ਦੀ ਚੀਜ਼
ਚੀਜ਼ ਹੈ ਕਿ ਜੇ ਅੱਜ ਮਾਰਕੀਟ ਉਹਦਾ $10 ਰੇਟ ਆ ਤੇ ਅੱਜ ਨਾ ਹੋਣ ਕਰਕੇ ਉਹਦਾ $100 ਨਾ ਵਿਕਦਾ ਪਿਆ ਵਾ ਕਿ ਆਪਾਂ ਉਹਨੂੰ ਜਾ ਕੇ ਲਈਏ ਤੇ ਖਾਈਏ। ਗੱਲ ਹਰਪ੍ਰੀਤ ਜੀ ਇਹ ਆ ਕਿ ਜਿਸ ਤਰ੍ਹਾਂ ਕਿ ਨੇਹਾ ਨੇ ਕਿਹਾ ਕਿ ਕੋਈ ਸਾਡੇ ਇਹ ਦਾਦੇ ਪੜਦਾਦੇ ਬਹੁਤ ਕੁਝ ਖਾਂਦੇ ਆਏ ਆ ਜੀ, ਜਿਸ ਤਰ੍ਹਾਂ ਕਿ ਉਹਨਾਂ 'ਚ ਨੈਚੁਰਲ ਫੂਡ ਬਹੁਤ ਹੈਗੇ ਆ, ਅਸੀਂ ਨੈਚੁਰਲ ਫੂਡ ਖਾਂਦੇ ਆ ਬਿਲਕੁਲ ਨਹੀਂ। ਅਗਰ ਗੱਲ ਕਰਦਾ ਮੈਗੀ ਦੀ, ਇਹ ਇੱਕ ਸਮੇਂ ਦੀ ਜ਼ਰੂਰਤ ਕਹਿ ਲਓ ਕਿ ਕੁਇਕ ਬਹੁਤ ਛੇਤੀ ਬਣਦੀ ਆ ਤੇ ਬੱਚੇ ਜਦੋਂ ਆਪ ਆਉਂਦੇ ਹੈਗੇ ਸਕੂਲ ਤੋਂ ਆਉਂਦੇ ਆ ਜਾਂ ਫਿਰ ਕਹ ਲਓ ਬਜ਼ੁਰਗ ਘਰੇ ਬੈਠੇ ਹੁੰਦੇ ਆ, ਉਹਨਾਂ ਲਈ ਬਣਾ ਕੇ ਖਾਣੀ ਆਸਾਨ ਆ। ਇਹ ਤਰਕ ਤੇ ਮੈਂ ਮੰਨ ਸਕਦਾ, ਪਰ ਇਹ ਤਰਕ ਨਾਲ ਬਿਲਕੁਲ ਸਹਿਮਤ ਨਹੀਂ ਹੋਊਗਾ ਜੀ ਕਿ ਸਾਡੇ ਦਾਦੇ ਪੜਦਾਦੇ ਖਾਂਦੇ। ਸਾਡੇ ਦਾਦੇ ਪੜਦਾਦੇ ਦੁੱਧ ਲੱਸੀ ਕੇ ਖਾਂਦੇ ਸੀ। ਅੱਜ ਕੱਲ੍ਹ ਦੇ ਕਿਸੇ ਨਿਆਣੇ ਨੂੰ ਕਹੋਗੇ ਤੁਹਾਡੇ ਜੋ ਖਾਂਦਾ, ਕੋਈ ਨਹੀਂ ਖਾਂਦਾ। ਸਿਰਫ ਇੱਕੋ ਇੱਕ ਤਰਕ ਹੋ ਸਕਦਾ ਜੀ ਕਿ ਮੈਗੀ ਜਿਹੜੀ ਆ ਇਹ ਬਣਾਉਣੀ ਬਹੁਤ ਆਸਾਨ ਆ ਤੇ ਬੱਚਿਆਂ ਲਈ ਕਾਫੀ ਕਹ ਲਓ ਕਿ ਮਨ ਭਾਉਂਦਾ ਫੂਡ ਵੀ ਹੋ ਸਕਦਾ ਆ। ਇਹ ਚੀਜ਼ ਨਾਲ ਮੈਂ ਸਹਿਮਤ ਹੋ ਸਕਦਾ, ਪਰ 100 ਰੁਪਏ ਵਾਲਾ ਜਿਹੜੀ ਚੀਜ਼ ਆ ਉਹਨੂੰ 10 ਰੁਪਏ ਵਾਲੀ ਚੀਜ਼ ਨੂੰ 100 ਰੁਪਏ 'ਚ ਲੈ ਕੇ ਖਾਣਾ ਹਰਪ੍ਰੀਤ ਜੀ ਮੇਰੇ ਖਿਆਲ 'ਚ ਬਦ ਨਾਲੇ ਜੇ ਆਪਾਂ ਵੇਖੀਏ ਰਣਜੀਤ ਸਿੰਘ ਜੀ, ਮੈਗੀ ਨੂੰ ਆਪਾਂ ਐਜ਼ ਏ ਫਾਸਟ ਫੂਡ ਕਹਿ ਸਕਦੇ ਹਾਂ। ਜਿੱਦਾਂ ਆਪਾਂ ਇੱਥੇ ਕੈਨੇਡਾ 'ਚ ਵੀ ਫਾਸਟ ਫੂਡ ਦਾ ਕਾਫੀ ਟ੍ਰੈਂਡ ਆ, ਸ਼ਾਇਦ ਇੰਡੀਆ 'ਚ ਵੀ 2 ਮਿੰਟ ਮੈਗੀ ਦੀ ਐਡ ਤੇ ਮੇਰੇ ਖਿਆਲ ਨਹੀਂ ਆਪਣੇ ਕੇ ਵੀ ਦਰਸ਼ਕ ਇੱਦਾਂ ਦਾ ਹੋਵੇ ਜਿਹਨੇ ਨਾ ਵੇਖੀ ਹੋਵੇ, ਉਹਦੇ ਕਰਕੇ ਫੂਡ ਜ਼ਿਆਦਾ ਫੇਮਸ ਹੋਵੇ। ਡੈਫੀਨੇਟਲੀ ਜੀ ਜਿਹੜੀ ਆਪਾਂ ਗੱਲ ਕਰਦੇ ਹੈਗੇ ਮੈਗੀ ਦੀ, ਮੈਗੀ ਸਿਰਫ ਫਾਸਟ ਫੂਡ ਆ, ਇਸ ਤੋਂ ਬਿਨਾਂ ਕੁਝ ਨਹੀਂ। ਮੈਂ ਤੁਹਾਨੂੰ ਆਪਣੇ ਦੱਸਣਾ, ਮੈਂ ਬਾਹਰ ਨਹੀਂ ਜਾਂਦਾ ਹੁੰਦਾ, ਮੈਂ ਐਗਜ਼ਾਮਪਲ ਘਰੋਂ ਲੈਣਾ ਹੁੰਦਾ ਹਰਪ੍ਰੀਤ ਜੀ, ਕਿਉਂਕਿ ਮੇਰੇ ਬੱਚੇ ਵੀ ਆਉਂਦੇ ਆ, ਜਦੋਂ ਉਹਨੂੰ ਕੋਈ ਚੀਜ਼ ਦਾ ਕੀ ਖਾਣਾ ਉਹ ਕਹਿੰਦੇ ਡੈਡੀ ਇੱਦਾਂ ਕਰੋ ਸਾਨੂੰ ਮੈਗੀ ਲਿਆ ਕੇ ਰੱਖ ਦਿਓ, ਜਦੋਂ ਅਸੀਂ ਸਕੂਲ ਤੋਂ ਆਵਾਂਗੇ ਜੇਕਰ ਕੋਈ ਵੀ ਨਾ ਹੋਇਆ, ਘਰ ਕੁਝ ਬਣਿਆ ਵੀ ਨਾ ਹੋਇਆ, ਅਸੀਂ ਉਹ ਮੈਗੀ ਜਿਹੜੀ ਆ ਗਰਮ ਪਾਣੀ ਪਾ ਕੇ ਉਬਾਲ ਕੇ ਖਾ ਲਾਂਗੇ। ਯਾਨੀ ਕਿ ਮਸਲਾ ਸਿਰਫ ਢਿੱਡ ਭਰਨ ਤੱਕ ਆ, ਨਾ ਕਿ ਉਹਦਾ ਹੈਲਥ ਨਾਲ ਕੋਈ ਸੰਬੰਧ ਆ। ਨਾ ਮੈਂ ਤਾਂ ਕਦੇ ਮੈਗੀ ਖਾਧੀ ਨਹੀਂ, ਸੋ ਇਹ ਚੀਜ਼ ਨੂੰ ਮੈਂ ਦੇਖੂੰਗਾ ਕਿ ਮੈਂ ਨਹੀਂ ਖਾਧੀ ਤੇ ਮੇਰੇ ਬੱਚੇ, ਪਰ ਜੇ ਉਹਨੂੰ ਲਾਈਕ ਕਰਦੇ ਆ ਉਹ ਖਾ ਸਕਦੇ ਆ ਜੀ। ਹੁਣ ਥੋੜੀ ਜਿਹੀ ਆਪਾਂ ਜਿੱਥੇ ਮੈਗੀ ਦੀ ਗੱਲ ਕਰਦੇ ਨਾਲ ਆਪਾਂ ਦਰਸ਼ਕਾਂ ਨਾਲ ਹਲਦੀਰਾਮ ਤੇ ਬ੍ਰਿਟਾਨੀਆ ਦੀ ਗੱਲ ਵੀ ਕੀਤੀ, ਥੋੜੀ ਜਿਹੀ ਆਪਾਂ ਹਲਦੀਰਾਮ ਦੇ ਉੱਤੇ ਨਿਗਾਹ ਮਾਰੀਏ। ਹਲਦੀਰਾਮ ਦੇ ਲਗਭਗ 90% ਸਨੈਕਸ ਆਈਟਮ US ਨੇ ਬੈਨ ਕਰਤੇ। ਜਦੋਂ ਇਹ ਗੱਲ ਇੰਡੀਆ ਹਲਦੀਰਾਮ ਦੇ ਸਪੋਕਸਪਰਸਨ ਨੂੰ ਪੁੱਛੀ ਗਈ ਤੇ ਜੋ ਉਹਨਾਂ ਨੇ ਕਮੈਂਟ ਕੀਤਾ ਉਹ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੂੰਗਾ। ਉਹਨਾਂ ਨੇ ਇਹ ਕਿਹਾ ਕਿ ਸਾਡੇ ਕੀ ਕਹਿੰਦੇ ਆ ਪ੍ਰੋਡਕਟ ਵਿੱਚ ਕੋਈ ਪ੍ਰੋਬਲਮ ਨਹੀਂ ਆ, ਇਹ ਹੋ ਸਕਦਾ ਹੈ ਕਿ ਕੁਝ ਜਿਹੜੇ ਪੈਸਟੀਸਾਈਡ ਜਿਹੜੀਆਂ ਆਪਾਂ ਖਾਦਾ ਕਹਿ ਦਿੰਦੇ ਆ ਜਾਂ ਕੁਝ ਪੈਸਟੀਸਾਈਡ ਇੱਦਾਂ ਜਿਹੜੀਆਂ US 'ਚ ਬੈਨ ਹੋਣ ਪਰ ਇੰਡੀਆ 'ਚ ਨਾ ਬੈਨ ਹੋਣ, ਉਹਦੇ ਕਰਕੇ US ਨੂੰ ਇੱਥੇ ਇਤਰਾਜ਼ ਆ ਰਿਹਾ। ਉਹ ਤੋਂ ਇਲਾਵਾ ਉਹਨਾਂ ਨੇ ਇੱਕ ਗੱਲ ਹੋਰ ਕਹੀ ਕਿ ਜਿਹੜੇ ਪ੍ਰੋਡਕਟ US ਜਾਂਦੇ ਆ ਉਹ ਸਾਡੀ ਫੈਕਟਰੀ 'ਚ ਨਹੀਂ ਬਣਦੇ, ਅਸੀਂ ਕੰਟਰੈਕਟ ਦਿੱਤਾ ਹੋਇਆ ਕਿ ਫੈਕਟਰੀ ਨੂੰ ਬਾਹਰ ਬਣਾਉਣ ਦਾ, ਉਹ ਬਣਾਉਂਦੇ ਨੇ। ਤੇ ਨੇਹਾ ਜੀ ਤੁਸੀਂ ਮਤਲਬ ਕਿ ਐਜ਼ ਏ ਜੇ ਤੁਸੀਂ ਹਲਦੀਰਾਮ ਦੇ ਸਪੋਕਸਪਰਸਨ ਹੁੰਦੇ ਜਾਂ ਹਲਦੀਰਾਮ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੁੰਦੇ, ਇੱਦਾਂ ਦਾ ਕਮੈਂਟ ਦੇਣਾ ਕਿ ਜਿਹੜੇ ਪੈਕੇਟ USA ਜਾਂਦੇ ਆ ਉਹ ਸਾਡੀ ਕੰਪਨੀ 'ਚ ਨਹੀਂ ਬਣਦੇ, ਉਹ ਅਸੀਂ ਕੰਟਰੈਕਟ ਆਊਟ ਕੀਤੇ ਹੋਏ ਨੇ, ਉੱਥੇ ਬਣਦੇ ਨੇ, ਸਾਡੇ ਪ੍ਰੋਡਕਟ ਵਿੱਚ ਕੋਈ ਪ੍ਰੋਬਲਮ ਨਹੀਂ ਆ। ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਆਪਣੀ ਵਾਸਤੇ ਆਪ ਹੀ ਕੋਈ ਮੁਸੀਬਤ ਖੜੀ ਕਰ ਰਹੇ ਹੋ? ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਕਿ ਉਹਨਾਂ ਨੇ ਜਿਹੜੀ ਸਟੇਟਮੈਂਟ ਮੇਕ ਕੀਤੀ ਹੈ ਬਿਲਕੁਲ ਹੀ ਗਲਤ ਹੈ, ਕਿਉਂਕਿ ਜੇ ਤੁਸੀਂ ਕਿਸੇ ਨੂੰ ਫਰੈਂਚਾਈਜ਼ੀ ਦੇ ਵੀ ਰਹੇ ਹੋ, ਤੁਸੀਂ ਆਊਟਸੋਰਸਿੰਗ ਦਾ ਉਹਨਾਂ ਨੂੰ ਇੱਕ ਜ਼ਰੀਆ ਦੇ ਵੀ ਰਹੇ ਹੋ, ਪਰ ਤੁਹਾਡੇ ਜਿਹੜੇ ਰੂਲ ਤੇ ਰੈਗੂਲੇਸ਼ਨਸ ਨੇ ਉਹ ਤੇ ਲਾਗੂ ਹੋਣੇ ਜ਼ਰੂਰੀ ਚਾਹੀਦੇ ਹੈ। ਤੁਹਾਡੀ ਜਿਹੜੀ ਕੰਪਨੀ ਦੇ ਕੁਝ ਸੇਫਟੀ ਦੇ ਸਟੈਂਡਰਡਸ ਨੇ ਉਹ ਉਸ ਪਲਾਂਟ 'ਚ ਜਿੱਥੇ ਇਹ ਹਲਦੀਰਾਮ ਦਾ ਪ੍ਰੋਡਕਟ ਬਣਾਇਆ ਜਾ ਰਿਹਾ ਹੈ ਉੱਥੇ ਲਾਗੂ ਹੋਣਾ ਬਹੁਤ ਜ਼ਰੂਰੀ ਹੈ। ਉਹ ਆਰਾਮ ਨਾਲ ਕਹਿ ਸਕਦੇ ਸਨ ਕਿ ਦੇਖੋ ਜੀ ਅਸੀਂ ਉਹਨਾਂ ਨੂੰ ਫਰੈਂਚਾਈਜ਼ੀ ਦਿੱਤੀ ਹੋਈ ਹੈ, ਆਊਟਸੋਰਸ ਕੀਤਾ ਹੋਇਆ, ਅਸੀਂ ਜਾ ਕੇ ਖੁਦ ਉਹਨਾਂ ਨੂੰ ਪਰਸਨਲੀ ਚੈੱਕ ਕਰਾਂਗੇ ਕਿ ਉਹ ਇਹਨੂੰ ਪ੍ਰੋਪਰਲੀ ਬਣਾ ਰਹੇ ਹਨ ਜਾਂ ਨਹੀਂ। ਸਾਨੂੰ ਇਸ ਗੱਲ ਦਾ ਖੁਲਾਸਾ ਤੁਹਾਡੇ ਤੋਂ ਹੋ ਰਿਹਾ ਹੈ, ਮੀਡੀਆ ਤੋਂ ਹੋ ਰਿਹਾ ਹੈ, ਪਰ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਗਹਿਰਾਈ ਤੱਕ ਜਾਈਏ, ਨਾ ਕਿ ਸਿਰਫ ਇੰਨਾ ਹੀ ਕਹਿ ਦੇਣਾ ਹਾਂਜੀ ਅਸੀਂ ਦੇਤਾ ਜੀ ਉਹਨਾਂ ਨੂੰ ਕੰਟਰੈਕਟ, ਉਹ ਉੱਥੇ ਕੀ ਕਰੀ ਜਾਂਦੇ ਸਾਨੂੰ ਤਾਂ ਪਤਾ ਨਹੀਂ। ਫਿਰ ਤੁਸੀਂ ਆਪਣਾ ਨਾਂ ਕਿਉਂ ਦਿੱਤਾ, ਤੁਸੀਂ ਆਪਣਾ ਬ੍ਰਾਂਡ ਦਾ ਨਾਂ ਕਿਉਂ ਦਿੱਤਾ? ਕਿਉਂਕਿ ਇੱਕ ਬ੍ਰਾਂਡ ਨੂੰ ਇਸਟੈਬਲਿਸ਼ ਕਰਨ ਨੂੰ ਬਹੁਤ ਟਾਈਮ ਲੱਗਦਾ ਹੈ, ਪਰ ਉਸ ਨੂੰ ਥੱਲੇ ਲੈ ਕੇ ਆਉਣ ਨੂੰ ਸਿਰਫ ਇੱਕ ਦਿਨ ਲੱਗਦਾ ਹੈ। ਰਣਜੀਤ ਸਿੰਘ ਜੀ ਤੁਸੀਂ ਜੋ ਮੇਰਾ ਕੁਐਸਚਨ ਸੀ ਉਸ ਤੋਂ ਬਾਅਦ ਨੇਹਾ ਜੀ ਨੇ ਜੋ ਵਿਚਾਰ ਦਿੱਤੇ, ਨੇਹਾ ਜੀ ਨੇ ਜਦਕਿ ਇੱਕ ਗੱਲ ਕਹੀ ਕਿ ਅਸੀਂ ਜਾ ਕੇ ਚੈੱਕ ਕਰਾਂਗੇ, ਮੈਂ ਤਾਂ ਕੁਝ ਹੱਦ ਤੱਕ ਇਹ ਤੋਂ ਵੀ ਸਹਿਮਤ ਨਹੀਂ ਹੁੰਦਾ, ਕਿਉਂਕਿ ਜਦੋਂ ਤੁਸੀਂ ਫਰੈਂਚਾਈਜ਼ ਦਿੰਦੇ ਜੋ ਤੁਸੀਂ ਆਪਣੇ ਸਟੈਂਡਰਡ ਮੇਨਟੇਨ ਕਰਦੇ ਜੋ, ਤੁਹਾਨੂੰ ਰੈਗੂਲਰ ਇੰਸਪੈਕਸ਼ਨ ਕਰਨੀ ਹੁੰਦੀ ਹੈ, ਤੁਹਾਨੂੰ ਆਪਣੇ ਆਈਟਮ ਆਪ ਟੈਸਟ ਕਰਨੇ ਹੁੰਦੇ ਆ, ਸਪੈਸ਼ਲੀ ਜਦੋਂ ਤੁਸੀਂ ਕੋਈ ਵੀ ਚੀਜ਼ ਆਊਟਸੋਰਸ ਕਰਦੇ ਜੋ। ਰਣਜੀਤ ਸਿੰਘ ਜੀ ਤੁਸੀਂ ਇਹ 'ਚ ਹਲਦੀਰਾਮ ਨੂੰ ਕੀ ਕਲੀਨ ਚਿੱਟ ਦਿਓਗੇ ਜਾਂ ਤੁਹਾਨੂੰ ਲੱਗਦਾ ਹੈ ਕਿ ਇਹ 'ਚ ਹਲਦੀਰਾਮ ਨੇ ਦੀ ਵੀ ਸ਼ਾਇਦ ਕੋਈ ਗਲਤੀ ਆ? ਹਰਪ੍ਰੀਤ ਜੀ ਮੈਂ ਐਗਜ਼ਾਮਪਲ ਲਵਾਂਗਾ, ਬਹੁਤ ਸਿੰਪਲ ਐਗਜ਼ਾਮਪਲ ਦੇਵਾਂਗਾ ਜੀ, ਕੋਈ ਬਹੁਤ ਡੂੰਘੀ ਐਗਜ਼ਾਮਪਲ ਨਹੀਂ, ਕਿਉਂਕਿ ਕਈ ਵਾਰੀ ਆਪਾਂ ਸਮਝਣ ਦੇ ਵਿੱਚ ਜੇ ਡੂੰਘੀ ਐਗਜ਼ਾਮਪਲ ਦੇਣ ਲੱਗ ਪਈਏ ਥੋੜ੍ਹਾ ਹੋ ਜਾਂਦਾ। ਹੁਣ ਆਪਾਂ ਸਾਰੇ ਚੱਕ ਦੇ ਟੀਵੀ ਲਈ ਕੰਮ ਕਰਦੇ ਹੈਗੇ ਆ, ਅਗਰ ਕੋਈ ਚੱਕ ਦੇ ਵੀ ਕੋਈ ਮੈਨੂੰ ਇੱਕ ਚੀਜ਼ ਦਿੰਦੀ ਆ ਕਿ ਰਣਜੀਤ ਤੂੰ ਆਹ ਪ੍ਰੋਡਕਟ ਬਣਾ ਕੇ ਸਾਨੂੰ ਦੇ, ਇਹ ਚੱਕ ਦੇ ਟੀਵੀ ਦੀ ਜ਼ਿੰਮੇਵਾਰੀ ਵੀ ਨਾਲ ਬਣਦੀ ਆ ਕਿ ਅਸੀਂ ਦੇਖੀਏ ਕਿ ਜਿਹੜਾ ਪ੍ਰੋਡਕਟ ਰਣਜੀਤ ਸਾਨੂੰ ਦੇ ਰਿਹਾ ਬਣਾ ਕੇ ਕੀ ਉਹ ਸਾਡੇ ਸਟੈਂਡਰਡ ਦੇ ਹਿਸਾਬ ਨਾਲ ਚੱਲ ਰਿਹਾ ਜਾਂ ਨਹੀਂ। ਜੇ ਮੈਂ 1 ਮਹੀਨਾ ਇੱਕ ਪ੍ਰੋਡਕਟ 'ਤੇ ਕੰਮ ਕਰੀ ਜਾਵਾਂ ਉਹ ਤੋਂ ਬਾਅਦ ਮੈਂ ਦੇਵਾਂ ਜੀ ਤੇ ਉਹ ਚੱਕ ਦੇ ਟੀਵੀ ਵੀ ਬਿਨਾਂ ਦੇਖੇ ਉਹਨੂੰ ਚਲਾ ਦੇ, ਫਿਰ ਗਲਤੀ ਕਿਹਦੀ ਆ? ਚੱਕ ਦੇ ਟੀਵੀ ਵਾਲਿਆਂ ਦੀ ਵੀ ਗਲਤੀ ਆ। ਹੁਣ ਇਹ ਕਹਿਣਾ ਜੀ ਇਕੱਲੀ ਸਿਰਫ ਰਣਜੀਤ ਸਿਰ ਦੋ ਨਹੀਂ, ਇਹ ਸਾਰੀ ਜਿਹੜੀ ਮਿਲੀ ਭੁਗਤ ਹੁੰਦੀ ਆ। ਜੇ ਤਾਂ ਨਿਕਲ ਗਿਆ ਤੇ ਸਾਰਾ ਕੁਝ ਵੈਲ ਐਂਡ ਗੁੱਡ ਆ ਜੀ, ਫਿਰ ਤੇ ਹਲਦੀਰਾਮ ਬੈਸਟ ਆ। ਤੇ ਜੇ ਕਿਤੇ ਫਸ ਗਏ ਹਲਦੀਰਾਮ ਕਲੀਨ ਆ ਜੀ। ਜਿਹੜਾ ਤੀਜਾ ਬੰਦਾ ਉਹ ਆ, ਤੀਜੇ ਬੰਦੇ ਨੂੰ ਕੰਟਰੈਕਟ ਦਿੱਤਾ ਕਿਨੇ ਆ, ਉਹ ਤੋਂ ਜਿਹੜੀਆਂ ਟਰਮ ਨੇ
ਕੰਡੀਸ਼ਨ ਨੇ ਉਹ ਸਾਈਨ ਕਰਵਾਈਆਂ ਜਾਂਦੀਆਂ ਨੇ ਕਿ ਸਾਡੇ ਪ੍ਰੋਡਕਟ ਸਿਰਫ ਤੁਸੀਂ ਸਾਡੀ ਸਟੈਂਪ ਲਾ ਕੇ ਦੇਣੇ ਸਾਨੂੰ, ਤੇ ਉਹਦੇ ਵਿੱਚ ਸਾਡੀਆਂ ਟਰਮ ਐਂਡ ਕੰਡੀਸ਼ਨ ਆ ਹੋਣਗੀਆਂ। ਅਗਰ ਕੱਲ ਨੂੰ ਕੋਈ ਗੱਲ ਹੁੰਦੀ ਹੈ ਤਾਂ ਔਰ ਇੰਸਪੈਕਟਰ ਜਿਹੜੇ ਆ ਇਹ ਗੱਲ ਕਰਦੇ ਆਪਾਂ ਖਾਣ ਪੀਣ ਦੀ, ਇਹ ਕਿਸੇ ਹੋਰ ਚੀਜ਼ ਦੀ ਗੱਲ ਨਹੀਂ ਕਰਦੇ, ਇਹ ਗੱਲ ਕਰ ਰਹੇ ਆਪਾਂ ਸਿਰਫ ਖਾਣ ਪੀਣ ਦੇ ਉੱਤੇ। ਅਗਰ ਅਸੀਂ ਖਾਣ ਪੀਣ ਦੇ ਚੀਜ਼ ਦੇ ਵੀ ਅਣਗਹਿਲੀ ਵਰਤਣ ਲੱਗ ਪਏ, ਅਸੀਂ ਕਿਸੇ ਨੂੰ ਕੰਟਰੈਕਟ ਦਿੱਤਾ, ਉਹਦੇ ਉੱਪਰ ਜਾ ਕੇ ਅਸੀਂ ਦੁਬਾਰਾ ਚੈਕਿੰਗ ਨਾ ਕੀਤੀ ਜਾਂ ਕੰਪਨੀਆਂ ਚੈੱਕ ਨਾ ਕਰਨ, ਫਿਰ ਉਹ ਸਾਰੀ ਗਲਤੀ ਜਿਹੜੀ ਹੈ ਜੀ ਉਹ ਕੰਪਨੀ ਦੀ ਹੋਏਗੀ। ਸਿਰਫ ਕੁਝ ਪੈਸੇ ਵਾਧੂ ਬਣਾਉਣ ਦੇ ਲਈ ਉਹਨਾਂ ਨੇ ਕੰਟਰੈਕਟ ਭਰ ਦਿੱਤਾ ਤੇ ਫਿਰ ਉਸ ਨੂੰ ਇੰਸਪੈਕਟ ਨਹੀਂ ਕੀਤਾ। ਮੈਂ ਰਣਜੀਤ ਸਿੰਘ ਜੀ ਤੁਹਾਡੀ ਗੱਲ ਸਾਰੀ ਸੁਣ ਲਈ ਹੈਗੀ, ਉਸ 'ਤੇ ਕਾਫੀ ਹੱਦ ਤੱਕ ਐਗਰੀ ਵੀ ਕਰਦੀ ਹਾਂ, ਪਰ ਸਾਨੂੰ ਇਹ ਗੱਲ ਇਹ ਵੀ ਦੇਖਣੀ ਚਾਹੀਦੀ ਹੈ ਕਿ ਜਦ ਮੀਡੀਆ ਨੇ ਇਹ ਮੁੱਦਾ ਉਠਾਇਆ ਹੈ ਤੇ ਬਾਹਰਲੀਆਂ ਏਜੰਸੀਜ਼ ਇਸ ਨੂੰ ਹੁਣ ਚੈੱਕ ਵੀ ਕਰ ਰਹੀਆਂ ਹਨ। ਯੂਐਸ ਨੇ ਜਿਹੜੇ ਰਿਜੈਕਸ਼ਨਸ ਕੀਤੇ ਨੇ ਹਲਦੀਰਾਮ ਤੇ ਬ੍ਰਿਟਾਨੀਆ ਦੇ ਪ੍ਰੋਡਕਟਸ ਨੇ, ਉਹਨਾਂ ਨੇ ਇਸ ਗੱਲ ਨੂੰ ਵੀ ਪ੍ਰੂਵ ਕਰ ਦਿੱਤਾ ਹੈ ਕਿ ਜਿੱਥੇ ਇੰਡੀਆ ਦੇ ਪ੍ਰੋਡਕਟਸ ਨੂੰ ਸਭ ਤੋਂ ਜ਼ਿਆਦਾ ਪਿਛਲੇ 6 ਮਹੀਨੇ ਵਿੱਚ ਰਿਜੈਕਟ ਕੀਤਾ ਗਿਆ ਹੈ, ਉਸ ਦੇ ਨਾਲ ਹੀ ਸਾਊਥ ਕੋਰੀਆ ਅਤੇ ਏਸ਼ੀਆ ਦੇ ਵੀ ਕਾਫੀ ਦੂਜੇ ਅਤੇ ਤੀਜੇ ਨੰਬਰ ਤੇ ਪ੍ਰੋਡਕਟਸ ਨੂੰ ਕਾਫੀ ਹੱਦ ਤੱਕ ਬੈਨ ਕੀਤਾ ਜਾ ਰਿਹਾ ਹੈ ਜਾਂ ਰਿਜੈਕਟ ਕੀਤਾ ਜਾ ਰਿਹਾ ਹੈ। ਤੇ ਦੇਖਣ ਵਾਲੀ ਗੱਲ ਹੋਏਗੀ ਕਿ ਜ਼ਿਆਦਾਤਰ ਏਸ਼ੀਅਨ ਕੰਟਰੀਜ਼ ਹੀ ਨੇ ਜਿਨ੍ਹਾਂ ਦੀ ਪੋਪੂਲੇਸ਼ਨਸ ਕਾਫੀ ਜ਼ਿਆਦਾ ਨੇ, ਉਹਨਾਂ ਦੀ ਜਿਹੜੀਆਂ ਕੰਪਨੀਜ਼ ਨੇ, ਉਹਨਾਂ ਦੇ ਜਿਹੜੇ ਪ੍ਰੋਡਕਟਸ ਨੇ ਉਹ ਰੇਡਾਰ ਥੱਲੇ ਆ ਰਹੇ ਨੇ। ਕਿਉਂ? ਇੱਕ ਇਹ ਵੀ ਸਵਾਲ ਖੜਾ ਹੁੰਦਾ ਹੈ ਕਿ ਸਿਰਫ ਏਸ਼ੀਅਨ ਕੰਟਰੀਜ਼ ਦੇ ਹੀ ਕਿਉਂ? ਤੇ ਦੂਜਾ ਪੁਆਇੰਟ ਇਹ ਵੀ ਅਸੀਂ ਦੇਖਾਂਗੇ ਕਿ ਇਹ ਜਿਹੜਾ ਸਾਰਾ ਹੋਇਆ ਹੈ ਕਾਰਨਾਮਾ, ਇਹ ਇੱਕ ਅਵੇਕਨਿੰਗ ਕਾਲ ਹੈ ਉਹਨਾਂ ਸਾਰੀ ਕਾਰਪੋਰੇਸ਼ਨਸ ਲਈ, ਉਹਨਾਂ ਸਾਰੀ ਕੰਪਨੀਜ਼ ਲਈ ਜੋ ਕਿ ਇੰਡੀਆ ਵੀ ਸਟੈਬਲਿਸ਼ ਨੇ ਜਾਂ ਆਊਟਸੋਰਸ ਕਰ ਰਹੀਆਂ ਨੇ, ਜਾਂ ਫਿਰ ਜਿਹੜੀਆਂ ਇੰਡੀਅਨ ਕੰਪਨੀਜ਼ ਇੱਥੇ ਪ੍ਰੋਡਕਟਸ ਬਣਾ ਰਹੀਆਂ ਨੇ। ਕਿਉਂਕਿ ਜੇ ਇੱਕ ਵਾਰੀ ਤੁਸੀਂ ਰੇਡਾਰ 'ਚ ਆ ਗਏ, ਉਹਨਾਂ ਨੇ ਸਾਰੇ ਚੱਕੇ ਪ੍ਰੋਡਕਟਸ ਕਲੀਨ ਕਰ ਦੇਣਾ ਹੈ। ਇੱਥੇ ਇੱਕ ਚੀਜ਼ ਹੋਰ ਨੇਹਾ ਜੀ ਜਿਹੜੀ ਆਪਾਂ ਅੱਜ ਟੌਪਿਕ ਡਿਸਕਸ ਕਰ ਰਹੇ ਹਾਂ, ਤੇ ਇੱਕ ਚੀਜ਼ ਮੈਂ ਇੱਥੇ ਇੱਕ ਚੀਜ਼ ਉੱਤੇ ਰੋਸ਼ਨੀ ਪਾਉਣੀ ਚਾਹੂੰਗਾ। ਇੰਡੀਆ ਕੋਈ ਇਸ਼ੂ ਕ੍ਰੀਏਟ ਹੋਇਆ, USA ਤੇ ਕੈਨੇਡਾ ਵਰਗੇ ਮੁਲਕ, UK ਵਰਗੇ ਮੁਲਕ ਨੇ ਉਹਨਾਂ ਨੇ ਫੂਡ ਨੂੰ ਟੈਸਟ ਕੀਤਾ ਤੇ ਜਿਹਨੇ ਉੱਤੇ ਰੋਕ ਲਾਉਣੀ ਸੀ ਲਾਈ, ਜਿਹਨੇ ਕਲੀਨ ਚਿਟ ਦੇਣੀ ਸੀ ਦੇਤੀ ਆਪਣੇ ਸਟੈਂਡਰਡ ਦੇ ਹਿਸਾਬ ਨਾਲ। ਪਰ USA ਨੇ ਇੰਡੀਆ ਦੇ ਕੁਝ ਹੋਰ ਪ੍ਰੋਡਕਟਸ ਤੇ ਵੀ ਰੋਕ ਲਾਤੀ। ਕੀ ਇੱਥੇ ਇੰਡੀਅਨ ਫੂਡ ਏਜੰਸੀਜ਼ ਦਾ, ਉਹੀ ਫੂਡ ਏਜੰਸੀ ਜਿਨ੍ਹਾਂ ਨੇ ਮੈਗੀ ਦੇ ਛਾਪੇ ਮਾਰੇ, ਮੈਗੀ ਬੰਦ ਕਰਾਈ, ਉਹਨਾਂ ਦਾ ਫਰਜ਼ ਨਹੀਂ ਬਣਦਾ ਕਿ ਉਹ ਹਲਦੀਰਾਮ ਤੇ ਬ੍ਰਿਟਾਨੀਆ ਦੇ ਪ੍ਰੋਡਕਟਸ ਨੂੰ ਵੀ ਚੈੱਕ ਕਰਨ? ਤੇ ਜੇ US ਨੇ ਕੀ ਕਹਿੰਦੇ ਉਹਨਾਂ ਨੂੰ ਬੈਨ ਕੀਤਾ ਵਾ, ਤੇ ਇੰਡੀਅਨ ਪਬਲਿਕ ਨੂੰ ਇਹ ਦੱਸਣ ਕਿ ਇਹ ਪ੍ਰੋਡਕਟ ਇੰਡੀਆ ਵਿੱਚ ਕੰਜ਼ਿਊਮ ਕਰਨ ਦੇ ਲਾਇਕ ਹੈਗੇ ਨੇ ਕਿ ਨਹੀਂ ਹੈਗੇ। ਹਰਪ੍ਰੀਤ ਜੀ ਚੈੱਕ ਤਾਂ ਬਹੁਤ ਕੁਝ ਕਰਨਾ ਚਾਹੀਦਾ ਹੈ। ਮੈਂ ਇਸ ਗੱਲ ਦੀ ਗੱਲ ਨਹੀਂ ਕਰ ਰਿਹਾ ਕਿਉਂਕਿ ਕੰਟਰੋਵਰਸੀ ਚੱਲੀ, ਮੈਗੀ ਦੀ ਕੰਟਰੋਵਰਸੀ ਚੱਲੀ, US ਜਾਂ ਕੈਨੇਡੀਅਨ ਜਾਂ UK ਫੂਡ ਏਜੰਸੀਜ਼ ਨੇ ਆਪਣਾ ਕੰਮ ਕੀਤਾ, ਪਰ ਹੁਣ ਉਹਦੇ ਨਾਲ ਹੀ US ਫੂਡ ਏਜੰਸੀਜ਼ ਨੇ ਕੁਝ ਹੋਰ ਪ੍ਰੋਡਕਟ ਉੱਤੇ ਕੀ ਕਹਿੰਦੇ ਆ ਉਹ ਨਾਲ ਦੋਸ਼ ਲਾਤੇ। ਕੀ ਹੁਣ ਇੰਡੀਅਨ ਫੂਡ ਏਜੰਸੀ ਦਾ ਇਹ ਫਰਜ਼ ਨਹੀਂ ਬਣਦਾ ਕਿ ਅਸੀਂ ਉਹ ਪ੍ਰੋਡਕਟ ਵੀ ਚੈੱਕ ਕਰੀਏ? ਜੇ ਉਹਨਾਂ ਨੂੰ ਮੈਗੀ ਕੀ ਕਹਿੰਦੇ ਆ, ਮੈਗੀ ਤੇ ਬੈਨ ਲਾਉਣ ਤੇ ਇੰਨਾ ਜ਼ਿਆਦਾ ਕੀ ਕਹਿੰਦੇ ਆ ਉਤਾਵਲੇ ਹੋ ਰਹੇ ਸੀ, ਉਹਨਾਂ ਨੇ ਵੇਖਿਆ ਕਿ ਮੈਗੀ ਲੈਡ ਦੀ ਮਾਤਰਾ ਜ਼ਿਆਦਾ, MSG ਦੀ ਮਾਤਰਾ ਜ਼ਿਆਦਾ, ਉਹਨਾਂ ਨੇ ਮੈਗੀ ਨੂੰ ਆਲਮੋਸਟ ਅੱਧੇ ਇੰਡੀਆ ਚੋਂ ਬੰਦ ਕਰਵਾਇਆ। ਕਿ ਉਹਨਾਂ ਨੂੰ ਉਹਨਾਂ ਦੇ ਫਰਜ਼ ਨਹੀਂ ਬਣਦਾ ਕਿ ਹੁਣ ਹਲਦੀਰਾਮ ਤੇ ਬ੍ਰਿਟਾਨੀਆ ਦੇ ਪ੍ਰੋਡਕਟ ਵੀ ਚੈੱਕ ਕਰਨ? ਦੇਖੋ ਹਰਪ੍ਰੀਤ ਜੀ, ਮੈਂ ਉਹੀ ਗੱਲ ਕਹਿ ਰਹੀ ਹਾਂ ਕਿ ਇੰਡੀਆ 'ਚ ਕਾਫੀ ਅਜਿਹੇ ਪ੍ਰੋਡਕਟਸ ਨੇ ਜਿਨ੍ਹਾਂ ਨੂੰ ਚੈੱਕ ਕਰਨ ਦੀ ਲੋੜ ਹੈ, ਕਾਫੀ ਅਜਿਹੇ ਪ੍ਰੋਡਕਟਸ ਨੇ ਜਿਨ੍ਹਾਂ ਨੂੰ ਬੈਨ ਕੀਤਾ ਜਾਣਾ ਚਾਹੀਦਾ ਹੈ। ਬਚਪਨ ਤੋਂ ਲੈ ਕੇ ਜਵਾਨੀ ਤੱਕ ਤੇ ਕਾਫੀ ਉਮਰ ਤੱਕ ਅਸੀਂ ਦੇਖਦੇ ਹਾਂ ਕਿ ਸੜਕਾਂ 'ਤੇ ਖੜੇ ਹੋ ਕੇ ਲੋਕੀ ਸਮਾਨ ਵੇਚ ਰਹੇ ਨੇ, ਉਹ 'ਚ ਕਿਸ ਤਰ੍ਹਾਂ ਦਾ ਤੇਲ ਵਰਤ ਰਹੇ ਨੇ, ਕਿਸ ਤਰ੍ਹਾਂ ਦਾ ਪਾਣੀ ਵਰਤ ਰਹੇ ਨੇ, ਕੌਣ ਪਰਵਾਹ ਕਰਦਾ ਹੈ? ਤੇ ਹਾਂ, ਮੈਂ ਮੰਨਦੀ ਹਾਂ ਕਿ US ਨੇ 2-3 ਪ੍ਰੋਡਕਟਸ ਚੱਕ ਕੇ, ਜਿਵੇਂ ਹਲਦੀਰਾਮ ਹੋ ਗਿਆ ਜਾਂ ਬ੍ਰਿਟਾਨੀਆ ਹੋ ਗਿਆ, ਜਿਹੜੇ ਬ੍ਰਾਂਡਡ ਨੇ, ਜਿਹੜੇ ਭੇਜੇ ਜਾ ਰਹੇ ਨੇ, ਉਹਨਾਂ ਤੇ ਬੈਨ ਲਾਤਾ। ਹਾਂ, ਜੇ ਇੰਡੀਆ ਦੀ ਫੂਡ ਇੰਸਪੈਕਸ਼ਨ ਏਜੰਸੀ ਕੋਲ ਵਕਤ ਹੋਏਗਾ ਤੇ ਉਹਦਾ ਵੀ ਚੈੱਕ ਕਰ ਲੈਣਗੇ, ਜੇ ਉਹਨਾਂ ਨੂੰ ਅਵੇਅਰਨੈਸ ਹੋਏਗੀ ਸ਼ਾਇਦ ਉਹ ਇਸ ਨੂੰ ਚੱਕਣਗੇ। ਪਰ ਗੱਲ ਇਹ ਹੈ ਕਿ ਕੀ ਉਹ ਕਰਨਗੇ ਤੇ ਕਿੰਨੇ ਕੁ ਪ੍ਰੋਡਕਟਸ ਨੂੰ ਉਹ ਚੈੱਕ ਕਰਨਗੇ? ਕਿਉਂਕਿ ਜੇ ਇੱਕ ਪ੍ਰੋਡਕਟ ਆਇਆ, ਦੂਜਾ ਪ੍ਰੋਡਕਟ ਆਇਆ, ਲੋਕਾਂ ਨੇ ਸਵਾਲ ਖੜੇ ਕਰਨੇ ਸ਼ੁਰੂ ਕਰ ਦੇਣੇ ਕਿ ਤੁਸੀਂ ਸਾਰੇ ਤੇ ਕਰੋ। ਪਰ ਨੇਹਾ ਜੀ, ਇੱਥੇ ਦੇਖੀਏ ਆਪਾਂ ਜਿਹੜੇ ਤੁਸੀਂ ਕਹਿ ਰਹੇ ਜੋ ਕਿ ਰੋਡ ਦੇ ਕਿਨਾਰੇ ਫੂਡ ਬਣਦਾ ਵਾ, ਕਿੱਦਾਂ ਦਾ ਤੇਲ ਯੂਜ਼ ਕਰਦੇ ਆ, ਆਪਾਂ ਉਹਨਾਂ ਪ੍ਰੋਡਕਟ ਦੀ ਗੱਲ ਨਹੀਂ ਕਰ ਰਹੇ, ਆਪਾਂ ਉਹ ਕੰਪਨੀ ਦੀ ਗੱਲ ਕਰ ਰਹੇ ਹਾਂ, ਹਲਦੀਰਾਮ ਬ੍ਰਿਟਾਨੀਆ, ਜਿਹੜੇ ਕਿ ਇੰਡੀਆ 'ਚ ਹਰ ਘਰੇ ਮੌਜੂਦ ਹੋਣਗੇ। ਰਣਜੀਤ ਸਿੰਘ ਜੀ, ਤੁਸੀਂ ਦੱਸੋ ਕਿ ਤੁਹਾਨੂੰ ਨਹੀਂ ਲੱਗਦਾ ਕਿ ਇੰਡੀਅਨ ਫੂਡ ਏਜੰਸੀਜ਼ ਦਾ ਹੁਣ ਫਰਜ਼ ਬਣਦਾ ਹੈ ਕਿ ਉਹ ਇਹਨਾਂ ਨੂੰ ਵੀ ਚੈੱਕ ਕਰਨ, ਜਾਂ ਤਾਂ ਉਹਨਾਂ ਨੂੰ ਕਲੀਨ ਚਿਟ ਦੇਣ ਜਾਂ ਫਿਰ ਉਹਨਾਂ ਨੂੰ ਵੀ ਸਟੋਰ ਦੀਆਂ ਸ਼ੈਲਫਾਂ ਤੋਂ ਹਟਵਾਉਣ? ਹਰਪ੍ਰੀਤ ਜੀ, ਇੰਡੀਆ ਸਿਸਟਮ ਕਿੱਦਾਂ ਕੰਮ ਕਰਦਾ ਤੁਹਾਨੂੰ ਵੀ ਪਤਾ, ਮੈਨੂੰ ਵੀ ਇਸ ਗੱਲ ਦਾ ਪਤਾ ਹੈਗਾ ਆ। ਉੱਥੇ ਪੋਲੀਟੀਕਲ ਇਨਫਲੂਐਂਸ ਜਿਹੜਾ ਆ ਉਹ ਬਹੁਤ ਵਰਕ ਹਾਰਡ ਕਰਦਾ ਹੈਗਾ ਆ। ਮੈਂ ਪਹਿਲਾਂ ਵੀ ਇਸੇ ਗੱਲ ਤੇ ਜ਼ੋਰ ਦੇ ਰਿਹਾ ਕਿ ਜਿਹੜੀ ਤੁਸੀਂ ਕੜੀ ਜੋੜ ਕੇ ਦੇਖ ਲਓ, ਕੜੀ ਕਿਤੇ ਕਿਤੇ ਜੁੜਦੀ ਹੁੰਦੀ ਆ। ਜਦੋਂ ਮੈਗੀ ਨੂੰ ਚੈੱਕ ਕੀਤਾ ਗਿਆ ਕਿ ਉਦੋਂ ਜਿਹੜੀਆਂ ਇੰਡੀਅਨ ਫੂਡ ਏਜੰਸੀ ਸੀ ਉਹਨਾਂ ਦਾ ਧਿਆਨ ਹਲਦੀਰਾਮ ਤੇ ਕਿਉਂ ਨਹੀਂ ਗਿਆ ਜਾਂ ਫਿਰ ਬਟਾਨੀਆ ਤੇ ਕਿਉਂ ਨਹੀਂ ਗਿਆ? ਕਿ ਜੇ ਇੱਕ ਨੈਸਲੇ ਵਰਗੀ ਕੰਪਨੀ ਜਿਹੜੀ ਕਿ ਵਰਲਡ ਦੇ ਵਿੱਚ ਪੂਰੇ ਫੈਲੀ ਹੋਈ ਹੈਗੀ ਆ, ਜਿਹਨਾਂ ਦੇ ਪ੍ਰੋਡਕਟ ਪੂਰੇ ਵਰਲਡ ਦੇ ਵਿੱਚ ਕਿਸੇ ਨੇ ਬੈਨ ਨਹੀਂ ਕੀਤੇ, ਉਹ ਬੈਨ ਕਰਨ ਲੱਗਿਆ ਤੇ ਨਾਲ ਦੀ ਨਾਲ ਉਹ ਪ੍ਰੋਡਕਟ ਵੀ ਚੈੱਕ ਕੀਤੇ ਜਾਣ ਜਿਹੜੀਆਂ ਇੰਡੀਆ ਦੀਆਂ ਕੰਪਨੀਆਂ ਬਣਾਉਂਦੀਆਂ ਨੇ। ਪਰ ਉਹਨਾਂ ਤੇ ਕੋਈ ਰੋਕ ਨਹੀਂ ਲੱਗੀ, ਕੋਈ ਉਹਨਾਂ ਦੇ ਉੱਤੇ ਬੈਨ ਨਹੀਂ ਲੱਗਾ, ਤੇ ਨਾ ਹੀ ਹਾਲੇ ਤੱਕ
ਇੰਡੀਅਨ ਫੂਡ ਏਜੰਸੀ ਵੱਲੋਂ ਕਿਸੇ ਤਰ੍ਹਾਂ ਦਾ ਹਲਦੀਰਾਮ ਬਾਰੇ ਜਾਂ ਦੂਜੇ ਬਾਰੇ ਕੋਈ ਬਿਆਨ ਆਇਆ, ਨਾ ਇੰਡੀਅਨ ਗਵਰਨਮੈਂਟ ਵੱਲੋਂ ਬਿਆਨ ਆਇਆ ਕਿ ਅਸੀਂ ਇਹਨਾਂ ਨੂੰ ਚੈੱਕ ਕਰਾਂਗੇ। ਕਿਉਂ ਨਹੀਂ ਚੈੱਕ ਕਰਾਂਗੇ? ਕਿਉਂਕਿ ਦੇਖੋ ਐਂਡ ਆਫ ਦਾ ਡੇ ਆ ਕੇ ਚਾਹੇ ਆਪਾਂ ਗੱਲ ਕੈਨੇਡਾ ਦੀ ਕਰ ਲਈਏ, ਅਮਰੀਕਾ ਦੀ ਕਰ ਲਈਏ ਜਾਂ ਇੰਡੀਆ ਦੀ ਕਰ ਲਈਏ, ਜਿੰਨੀਆਂ ਵੀ ਸਰਕਾਰਾਂ ਚੱਲਦੀਆਂ ਨੇ ਇਹ ਸਾਰੀਆਂ ਕਿਤੇ ਨਾ ਕਿਤੇ ਆ ਕੇ ਇਹਨਾਂ ਅਮੀਰ ਘਰਾਣਿਆਂ ਦੇ ਸਿਰਾਂ ਤੇ ਚੱਲਦੀਆਂ ਨੇ, ਕਿਉਂਕਿ ਇਲੈਕਸ਼ਨ ਦੇ ਲਈ ਮਿਲੀਅਨਸ ਆਫ ਜਿਹੜੇ ਫੰਡ ਆਉਂਦੇ ਆ ਇਹਨਾਂ ਕੋਲੇ ਆਉਂਦੇ ਆ, ਆਮ ਬੰਦੇ ਨੂੰ ਦੇਣੇ ਨਹੀਂ। ਸੋ ਆਮ ਬੰਦੇ ਦੀ ਸਿਹਤ ਨਾਲ ਕੋਈ ਸਰੋਕਾਰ ਨਹੀਂ। ਹਾਂ, ਇਹ ਹੋ ਸਕਦਾ ਕਿ ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਸੀ ਕਿ ਨੈਸਲੇ ਨੂੰ ਦੀ ਮੈਗੀ ਬੈਨ ਕਰਨ ਦੇ ਨਾਲ ਨਾਲ ਇਹ ਚੀਜ਼ਾਂ ਕਾਫੀ ਉੱਠੀਆਂ ਹੁਣ ਕਿ ਜੀ ਸਾਡੀ ਜਿਹੜੀ ਚੀਜ਼ ਆ ਬੈਨ ਕਰਤੀ ਆ। ਨੈਸਲੇ ਨੇ ਕਿਸੇ ਤੋਂ ਕਹਿ ਕੇ ਪੈਕਟ ਮੰਗਵਾ ਲਿਆ ਹੁਣ ਆਪਣੇ ਹਲਦੀਰਾਮ ਦੇ, ਜਾਂ ਫਿਰ ਬਟਾਲੀਆ ਨੇ ਉਹ ਨਹੀਂ ਚੈੱਕ ਕਰਾਇਆ, ਹੁਣ ਉਹਦੇ ਵਿੱਚ ਉਹਨਾਂ ਨੂੰ ਲੱਗਾ ਹੋਵੇ। ਇਹ ਸਾਰੀ ਗੇਮ ਜਿਹੜੀ ਆ ਇਹ ਕਾਰਪੋਰੇਟ ਘਰਾਣਿਆਂ ਦੀ ਹੋ ਸਕਦੀ ਆ, ਆਮ ਬੰਦੇ ਦਾ ਇਹਦਾ ਕੋਈ ਲੈਣ ਦੇਣ ਨਹੀਂ। ਅਗਰ US ਜਾਂ ਫਿਰ ਕੈਨੇਡਾ ਵਰਗੀ ਜਿਹੜੀ ਏਜੰਸੀਆਂ, ਫੂਡ ਏਜੰਸੀਆਂ ਨੇ ਉਹ ਮੈਗੀ ਨੂੰ ਕਲੀਅਰ ਕਰ ਰਹੀਆਂ ਨੇ, ਤੇ ਫਿਰ ਐਡੀ ਕਿਹੜੀ ਜਿਹੜੀ ਇੰਡੀਅਨ ਏਜੰਸੀ ਦੇ ਕੋਲ ਚੀਜ਼ ਹੈਗੀ ਆ ਜਿਹੜੀ ਉਹ ਇਹਨਾਂ ਦੇ ਉੱਪਰ ਦੀ ਜਾ ਕੇ ਵੀ ਦੇਖ ਰਹੀ ਹੈ ਜੀ ਹਾਂ ਇਹ ਮੈਗੀ ਜਿਹੜੀ ਆ ਇਹ ਆਮ ਬੰਦੇ ਲਈ ਹਾਨੀਕਾਰਕ ਆ। ਰਣਜੀਤ ਸਿੰਘ ਜੀ, ਜਿਹੜੀ ਤੁਸੀਂ ਹੁਣੇ ਗੱਲ ਕੀਤੀ ਕਾਰਪੋਰੇਟ ਘਰਾਣਿਆਂ ਦੀ ਗੱਲ ਕੀਤੀ, ਕੀ ਤੁਸੀਂ ਇਹ ਕਹਿਣਾ ਚਾਹੁੰਦੇ ਜੋ ਕਿ ਨੈਸਲੇ ਨੇ ਜਿਹੜੀ ਅੱਜ ਦੀ ਉੱਥੇ ਮੌਜੂਦਾ BJP ਗਵਰਨਮੈਂਟ ਆ ਉਹਨਾਂ ਦੀ ਜਦੋਂ ਇਲੈਕਸ਼ਨ ਕੈਂਪੇਨ ਹੋਈ ਹੋਏ ਸ਼ਾਇਦ ਕੋਈ ਡੋਨੇਸ਼ਨ ਘੱਟ ਦਿੱਤੀ ਹੋਵੇ? ਹਰਪ੍ਰੀਤ ਜੀ, ਮੈਂ ਬਹੁਤ ਕੁਝ ਜਿਹੜੇ ਨੇ ਪੇਪਰ ਤੇ ਚੀਜ਼ਾਂ ਵੀ ਨੇ, ਪੇਪਰ ਤੋਂ ਬਾਹਰ ਵੀ ਨੇ। ਇੰਡੀਆ ਦੇ ਬਹੁਤ ਸਾਰੇ ਸਟੇਟ ਤੋਂ ਪਲਾਂਟ ਵੀ ਬੰਦ ਕੀਤੇ ਨੈਸਲੇ, ਕਿਉਂਕਿ ਨੈਸਲੇ ਦੇ ਜਿਹੜੇ ਸੀ ਉਹਨਾਂ ਨੇ ਕਹਿਤਾ ਸੀ ਕਿ ਸਾਡੀ ਕੰਪਨੀ ਇੰਟਰਨੈਸ਼ਨਲ ਆ, ਵੀ ਡੋਂਟ ਵਾਂਟ ਟੂ ਗਿਵ ਯੂ ਐਨੀ ਮਨੀ ਫॉर ਐਨੀਥਿੰਗ। ਇਹਨਾਂ ਦੇ ਬਿਆਨ ਉਦੋਂ ਵੀ ਆਏ ਸੀ, ਉਦੋਂ ਵੀ ਰੌਲਾ ਪਿਆ ਸੀ ਕਿ ਨੈਸਲੇ ਦੇ ਪਲਾਂਟ ਜਿਹੜੇ ਆ ਫਲਾਣੇ ਸਟੇਟ 'ਚੋਂ ਬੰਦ ਕਿਉਂ ਹੋ ਰਹੇ ਹੈਗੇ ਆ, ਉਦੋਂ ਕਿਸੇ ਨੇ ਧਿਆਨ ਨਹੀਂ ਦਿੱਤਾ। ਹਾਂ, ਹੁਣ ਜਦੋਂ ਨੈਸਲੇ ਦੀ ਮੈਗੀ ਬੰਦ ਹੋਈ ਆ ਹੁਣ ਸਾਰੇ ਪਾਸੇ ਹਾਹਾਕਾਰ ਮਚਿਆ ਪਿਆ ਕਿ ਜੀ ਇਹ ਬੰਦ ਕਿਉਂ ਹੋ ਗਈ। ਇਹ ਗੇਮ 1 ਜਾਂ 2 ਦਿਨ ਜਾਂ 2 ਮਹੀਨਿਆਂ ਦੀ ਨਹੀਂ ਹੈਗੀ, ਇਹ ਕਾਫੀ ਪੁਰਾਣੀ ਚੱਲੀ ਆਉਂਦੀ ਹੈਗੀ ਆ ਕਿ ਜਿਹੜੇ ਪਾਰਟੀ ਪੈਸੇ ਘੱਟ ਦਿੰਦੀ ਆ ਉਹਨੂੰ ਚੱਕ ਕੇ ਠੋਕ ਦਿਓ, ਬਾਕੀ ਜਿਹੜੇ ਪੈਸੇ ਦਿੰਦੀ ਆ ਉਹਨੂੰ ਚੱਲੀ ਜਾਂਦੀ ਜੀ। ਇੱਕ ਤੇ ਆਪਾਂ ਇਸ ਡਿਸਕਸ਼ਨ ਤੋਂ ਬਾਅਦ ਇੱਕ ਤੇ ਆਪਾਂ ਕੈਨੇਡੀਅਨ ਦਰਸ਼ਕਾਂ ਵਾਸਤੇ ਸ਼ਾਇਦ ਇਹ ਖੁਸ਼ਖਬਰੀ ਤੇ ਹੈਗੀ ਆ ਕਿ ਜੋ ਮੈਗੀ ਕੈਨੇਡੀਅਨ ਸਟੋਰਸ 'ਤੇ ਵਿਕ ਰਹੀ ਆ ਉਹ ਸੇਫ ਆ ਤੇ ਉਹ ਖਾ ਸਕਦੇ ਨੇ ਦਰਸ਼ਕ। ਤੇ ਅਸੀਂ ਕੈਨੇਡੀਅਨ ਫੂਡ ਏਜੰਸੀ ਨਾਲ ਕੀ ਕਹਿੰਦੇ ਹਲਦੀਰਾਮ ਐਂਡ ਬ੍ਰਿਟਾਨੀਆ ਦਾ ਕੇਸ ਵੀ ਓਪਨ ਕਰਾਂਗੇ ਤੇ ਜੋ ਵੀ ਉਹਨਾਂ ਦਾ ਰਿਜ਼ਲਟ ਆਊਗਾ ਅਸੀਂ ਤੁਹਾਡੇ ਨਾਲ ਟਾਈਮ ਤੇ ਸਾਂਝੇ ਕਰਦੇ ਰਵਾਂਗੇ। ਇਹਦੇ ਨਾਲ ਅਸੀਂ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ।